ਆਪਣੇ ਹਰ ਪਹਿ ਬੇਨਤੀ ਕਹੀਐ। ਚਾਰ ਪਦਾਰਥ ਆਨੰਦ ਮੰਗਲ ਨਿਧ। ਸੂਖ ਸਹਿਜ ਸਿਧ ਲਹੀਐ। ਆਪਣੇ ਹਰ ਪਹਿ ਬੇਨਤੀ ਕਹੀਐ। ਚਾਰ ਪਦਾਰਥ ਆਨੰਦ ਮੰਗਲ ਨਿਧ। ਸੂਖ ਸਹਿਜ ਸਿਧ ਲਹੀਐ। ਰਹਾਉ। ਮਾਨ ਤਿਆਗ ਹਰ ਚਰਨੀ ਲਾਗੂ। ਤਿਸ ਪ੍ਰਭ ਅੰਚਲ ਗਈਐ। ਆਂਚ ਨ ਲਾਗੈ ਅਗਨ ਸਾਗਰ ਤੇ। ਸਰਨ ਸੁਆਮੀ ਕੀ ਅਹੀਐ। ਕੋਟ ਪਰਾਧ ਮਹਾ ਅਕਿਰਤ ਘਣ। ਬਹੁਰ ਬਹੁਰ ਪ੍ਰਭ ਸਹੀਐ। ਕਰਨਾ ਮੈਂ ਪੂਰਨ ਪਰਮੇਸ਼ਰ। ਨਾਨਕ ਤਿਸ ਸਰਨਈਐ। ਡੰਡੌਤ ਬੰਦਨ ਅਨਕ ਵਾਰ। ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬਿਟੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਵੱਡੇ ਭਾਗ ਨੇ ਜੋ ਅੰਮ੍ਰਿਤ ਵੇਲਾ ਸਤਿਗੁਰਾਂ ਦੀ ਪਾਵਨ ਗੋਦ ਅੰਦਰ ਬੈਠ ਕੇ ਬਤੀਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ, ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਦੇਵੰਗਧਾਰੀ ਅੰਦਰ 531 ਅੰਗ ਤੇ ਸੁਭਾਇਮਾਨ ਸੁਸ਼ੋਭਿਤ ਹੈ, ਜਿਸ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਕਿਤੇ ਭਲਿਆ ਮਾਨਸਾ ਗੁਰਸਿੱਖ ਪਿਆਰਿਆ, ਕਿਤੇ ਬੇਨਤੀ ਕਰਨੀ ਹੋਵੇ, ਅਰਦਾਸ ਕਰਨੀ ਹੋਵੇ, ਅਰਜ਼ੋਈ ਕਰਨੀ ਹੋਵੇ ਤਾਂ ਇੱਧਰ ਉੱਧਰ ਨਾ ਭਟਕਦਾ ਫਿਰੀ, ਆਪਣੇ ਮਾਲਕ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰੀ। ਜਿੱਥੇ ਮੇਰੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਆਪਣੇ ਹਰ ਪੈ ਬੇਨਤੀ ਕਹੀਏ। ਆਪਣੇ ਹਰੀ ਪਰਮੇਸ਼ਰ ਦੇ ਕੋਲ, ਆਪਣੇ ਮਾਲਕ ਦੇ ਕੋਲ, ਆਪਣੇ ਵਾਹਿਗੁਰੂ ਦੇ ਕੋਲ ਸਤਿਗੁਰੂ ਜੀ ਫਰਮਾਨ ਕਰਦੇ ਨੇ ਵੀ ਬੇਨਤੀ ਕਰਨੀ ਹੈ, ਅਰਦਾਸ ਕਰਨੀ ਹੈ। ਲੋੜ ਪੈ ਜਾਵੇ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਮਨੁੱਖਾ ਸਰੀਰ ਅੰਦਰ ਅਰਦਾਸ ਕਰਨੀ ਹੈ ਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰੀ।
ਜਿੱਥੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਆਪਣੇ ਹਰ ਪੈ ਬੇਨਤੀ ਕਹੀਐ। ਜਿੱਥੇ ਜਾ ਕੇ ਤੈਨੂੰ ਚਾਰ ਪਦਾਰਥ, ਜਿੱਥੇ ਜਾ ਕੇ ਤੈਨੂੰ ਚਾਰ ਪਦਾਰਥ ਪ੍ਰਾਪਤ ਹੁੰਦੇ ਨੇ। ਚਾਰ ਪਦਾਰਥ ਆਨੰਦ ਮੰਗਲ ਨਿਧ, ਖੁਸ਼ੀਆਂ ਦਾ ਖਜ਼ਾਨਾ ਮਿਲ ਜਾਂਦਾ ਹੈ। ਚਾਰ ਪਦਾਰਥ ਆਨੰਦ ਮੰਗਲ ਨਿਧ, ਸੁਖ ਸਹਿਜ ਸਿੱਧ ਲਈਐ। ਤੇਰੇ ਮਾਲਕ ਕੋਲ ਇੱਕ ਖੁਸ਼ੀ ਨਹੀਂ, ਦੋ ਖੁਸ਼ੀਆਂ ਨਹੀਂ। ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਤੇਰੇ ਵਾਹਿਗੁਰੂ ਦੇ ਕੋਲੇ ਚਾਰ ਪਦਾਰਥ ਅਸ਼ਟ ਮਹਾ ਸਿੱਧ, ਇਹ ਖੁਸ਼ੀਆਂ ਮਿਲਦੀਆਂ ਨੇ। ਆਪਣੇ ਗੁਰੂ ਕੋਲੇ ਜਾ ਕੇ ਜਦੋਂ ਅਰਦਾਸ ਬੇਨਤੀ ਕਰੇਗਾ, ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰੇਗਾ, ਤੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਉੱਥੇ ਚਾਰ ਪਦਾਰਥ, ਜ਼ਿੰਦਗੀ ਦੀਆਂ ਖੁਸ਼ੀਆਂ, ਆਨੰਦ ਮੰਗਲ, ਇਹ ਸਭ ਕੁਝ ਮਾਲਕ ਦੇ ਚਰਨਾਂ ਵਿੱਚ ਜਾ ਕੇ ਤੈਨੂੰ ਪ੍ਰਾਪਤ ਹੁੰਦਾ ਹੈ। ਮਾਨ ਤਿਆਗ, ਮਾਨ ਤਿਆਗ ਹਰ ਚਰਨੀ ਲਾਗੂ, ਤਿਸ ਪ੍ਰਭ ਅੰਚਲ ਗਈਐ। ਤੇ ਨਾਲ ਦੀ ਨਾਲ ਸੱਚੇ ਪਾਤਸ਼ਾਹ ਨੇ ਇੱਕ ਸ਼ਰਤ ਵੀ ਰੱਖੀ ਹੈ। ਫਿਰ ਕਹਿੰਦੇ ਸਭ ਕੁਝ ਤਾਂ ਪ੍ਰਾਪਤ ਹੋਣਾ, ਇਹ ਸਭ ਕੁਝ ਤਾਂ ਮਿਲਣਾ ਹੈ, ਅਰਦਾਸ ਤੇਰੀ ਤਾਂ ਪ੍ਰਵਾਨ ਹੋਣੀ ਹੈ ਜਦੋਂ ਤੂੰ ਅਰਦਾਸ ਕਰਨ ਵਾਸਤੇ ਆਪਣੇ ਮਾਲਕ ਦੇ ਚਰਨਾਂ ਵਿੱਚ ਗਿਆ। ਤੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਨੇ ਵੀ ਮਾਣ ਨੂੰ ਤਿਆਗ ਕੇ ਜਾਣਾ। ਮਾਣ ਮੀਨਜ਼ ਹੰਕਾਰ। ਅਰਦਾਸ ਕਰਦੇ ਸਮੇਂ ਮਾਣ ਨਾ ਹੋਵੇ, ਹੰਕਾਰ ਨਾ ਹੋਵੇ, ਜ਼ੀਰੋ ਬੈਲੈਂਸ 'ਚ ਹੋਵੇ ਤੂੰ। ਮਾਣ ਤਿਆਗ ਹਰ ਚਰਨੀ ਲਾਗੋ, ਤਿਸ ਪ੍ਰਭ ਅੰਚਲ ਗਹੀਐ। ਬੇਨਤੀ ਪ੍ਰਵਾਨ ਹੋ ਜਾਵੇਗੀ, ਅਰਦਾਸ ਪ੍ਰਵਾਨ ਹੋ ਜਾਵੇਗੀ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦੇ ਚਰਨਾਂ ਦੇ ਵਿੱਚ ਜਦੋਂ ਅਰਦਾਸ ਕਰਨੀ ਹੈ ਨਾ, ਮਾਲਕ ਦੇ ਚਰਨਾਂ ਵਿੱਚ, ਤੇ ਚਾਰ ਪਦਾਰਥ ਮਿਲ ਜਾਣਗੇ, ਅਸ਼ਟਮਾ ਸਿੱਧ। ਸਾਰੀਆਂ ਖੁਸ਼ੀਆਂ, ਸਾਰੇ ਖਜ਼ਾਨੇ ਇਹ ਤੈਨੂੰ ਪ੍ਰਾਪਤ ਹੋ ਜਾਣਗੇ। ਪਰ ਅਰਦਾਸ ਕਰਨ ਸਮੇਂ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਮਾਣ ਤਿਆਗ। ਮਾਣ ਮੀਨਜ਼ ਹੰਕਾਰ ਨਾ ਹੋਵੇ। ਮੈਂ ਵੱਡਾ ਅਫਸਰ, ਉੱਚ ਅਹੁਦੇ ਤੇ, ਮੈਂ ਸ਼ਾਹੂਕਾਰ, ਮੈਂ ਰਾਜਾ, ਮੇਰੀ ਸਰਕਾਰੀ ਦਰਬਾਰੇ। ਪਾਤਸ਼ਾਹ ਕਹਿੰਦੇ ਆਪਣੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰ, ਪਰ ਹੰਕਾਰ ਨਾ ਹੋਵੇ, ਮਾਣ ਨਾ ਹੋਵੇ, ਹਉਮੈ ਨਾ ਹੋਵੇ। ਮਾਣ ਤਿਆਗ ਹਰ ਚਰਨੀ ਲਾਗੂ, ਤਿਸ ਪ੍ਰਭ ਅੰਚਲ ਗਹੀਐ। ਆਂਚ ਨ ਲਾਗੈ ਅਗਨ ਸਾਗਰ ਤੇ, ਸਰਨ ਸੁਆਮੀ ਕੀ ਅਹੀਐ। ਆਂਚ ਦਾ ਭਾਵ ਅਰਥ ਹੈ ਸੇਕ, ਦੁੱਖ। ਜਦੋਂ ਤੂੰ ਆਪਣੇ ਮਾਲਕ ਦੇ ਚਰਨਾਂ ਵਿੱਚ ਚਲਿਆ ਜਾਵੇਂਗਾ ਨਾ, ਸੱਚੇ ਪਾਤਸ਼ਾਹ ਕਹਿੰਦੇ ਕਿਸੇ ਤਰ੍ਹਾਂ ਦੀ ਤੈਨੂੰ ਆਂਚ ਨਹੀਂ ਆਵੇਗੀ। ਆਪਾਂ ਇਹ ਸ਼ਬਦ ਵਰਤਦੇ ਕਈ ਵਾਰੀ ਵੀ ਦੇਖ ਭਾਈ ਮੇਰੇ ਨਾਲ ਘਟਨਾ ਵਾਪਰ ਗਈ ਪਰ ਮੈਨੂੰ ਆਂਚ ਨਹੀਂ ਆਈ। ਆਂਚ ਦਾ ਭਾਵ ਅਰਥ ਹੈ ਦੁੱਖ,
ਆਂਚ ਦਾ ਭਾਵ ਅਰਥ ਹੈ ਸੇਕ, ਤਕਲੀਫ। ਮੈਨੂੰ ਆ ਘਟਨਾ ਤੇ ਵਾਪਰੀ ਹੈ, ਪਰ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਆਇਆ। ਜਦੋਂ ਤੂੰ ਉਸ ਮਾਲਕ ਦੇ ਚਰਨਾਂ ਵਿੱਚ ਚਲਿਆ ਜਾਵੇਂਗਾ ਨਾ, ਮਾਣ ਨੂੰ, ਹੰਕਾਰ ਨੂੰ ਤਿਆਗ ਕੇ, ਤੇ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਤਰ੍ਹਾਂ ਦੀ ਤੈਨੂੰ ਆਂਚ ਨਹੀਂ ਆਵੇਗੀ, ਕਿਸੇ ਤਰ੍ਹਾਂ ਦਾ ਦੁੱਖ ਨਹੀਂ ਲੱਗੇਗਾ। ਆਂਚ ਨਾ ਲਾਗੈ ਅਗਨ ਸਾਗਰ ਤੇ, ਸਰਨ ਸੁਆਮੀ ਕੀ ਅਹੀਐ। ਪਰ ਉਦੋਂ ਜਦੋਂ ਆਪਣੇ ਮਾਲਕ ਦੀ ਸ਼ਰਨ ਵਿੱਚ ਆ ਜਾਵੇਂਗਾ, ਆਪਣੇ ਮਾਲਕ ਦੀ ਸ਼ਰਨ ਵਿੱਚ ਆ ਜਾਵੇਂਗਾ, ਉਸ ਸਮੇਂ ਤੈਨੂੰ ਆਂਚ ਨਹੀਂ ਆਵੇਗੀ, ਕਿਸੇ ਤਰ੍ਹਾਂ ਦਾ ਦੁੱਖ ਤਕਲੀਫ। ਇੱਕ ਗੱਲ ਵੱਲ ਹੋਰ ਧਿਆਨ ਦੇ ਲੈਣਾ, ਵੈਸੇ ਤਾਂ ਜਿਹੜੀਆਂ ਸੰਗਤਾਂ ਰੋਜ਼ਾਨਾ ਪਾਤਸ਼ਾਹ ਜੀ ਦੀ ਬਾਣੀ ਸਰਵਣ ਕਰਦੀਆਂ ਨੇ, ਉਹਨਾਂ ਨੂੰ ਪਤਾ ਹੀ ਹੈ ਸਤਿਗੁਰੂ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ, ਦੁੱਖ ਸੁੱਖ ਦੋਏ ਦਰ ਕੱਪੜੇ, ਪੈਰ ਰਜਾਏ ਮਨੁੱਖ। ਇਹ ਜਿਹੜੇ ਦੁੱਖ ਸੁੱਖ ਨੇ ਨਾ ਮਨੁੱਖ ਦੀ ਜ਼ਿੰਦਗੀ ਦੇ, ਇਹ ਆਉਂਦੇ ਜਾਂਦੇ ਨੇ। ਇਹ ਦੁਨਿਆਵੀ ਦੁੱਖ ਸੁੱਖ ਨੇ ਜਿਹੜੇ, ਜਿਵੇਂ ਕਿ ਬੰਦੇ ਦੀਆਂ ਸਰੀਰਕ ਤਕਲੀਫਾਂ, ਬੁਖਾਰ ਚੜ੍ਹ ਗਿਆ ਭਾਈ, ਸਿਰ ਦਰਦ, ਢਿੱਡ ਪੀੜ। ਕਿਉਂਕਿ ਕਈ ਵਾਰੀ ਬੰਦਾ ਇਹਨਾਂ ਦੁੱਖਾਂ ਤੋਂ ਵੀ ਕਹਿੰਦਾ ਵੀ ਮੈਨੂੰ ਆਹ ਦੁੱਖ ਆਏ ਕਿਉਂ ਭਾਈ। ਇਹ ਸਰੀਰਕ ਤਕਲੀਫ, ਘਾਟਾਂ ਨੇ। ਇੱਥੇ ਤੇ ਬੰਦ ਕੱਟਿਆ ਗਿਆ ਤਾਂ ਨਹੀਂ ਦੁੱਖ ਮਨਾਇਆ, ਖੋਪਰ ਲੱਥ ਗਏ, ਚੜ੍ਹਦੀ ਕਲਾ ਦੇ ਵਿੱਚ ਰਹੇ ਨੇ। ਸਰੀਰ ਦੁਫਾੜ ਹੋ ਗਏ ਆਰੇ ਦੇ ਨਾਲ, ਪਰ ਚੜ੍ਹਦੀ ਕਲਾ ਦੇ ਵਿੱਚ ਨੇ। ਆ ਦੁਨਿਆਵੀ ਜਿਹੜੇ ਨੇ ਨਾ ਸਰੀਰਕ ਤਕਲੀਫ, ਸਰੀਰਕ ਘਾਟਾਂ ਨੇ ਜਿਹੜੀਆਂ, ਕਈ ਵਾਰੀ ਮਨੁੱਖ ਇਹਨਾਂ ਤੇ ਟਿਕਿਆ ਹੋਇਆ। ਮੇਰੇ ਪਾਤਸ਼ਾਹ ਨੇ ਬੜੇ ਪਿਆਰੇ ਸ਼ਬਦਾਂ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਕਹਿੰਦੇ ਜੇ ਤੂੰ ਆਪਣੇ ਮਾਲਕ ਦੇ ਚਰਨਾਂ ਵਿੱਚ ਚਲਿਆ ਜਾਵੇਂਗਾ ਨਾ ਗੁਰਮੁਖ ਪਿਆਰਿਆ, ਉਹਦੇ ਚਰਨਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰੇਗਾ, ਉਹ ਵੀ ਮਾਣ ਨੂੰ, ਹੰਕਾਰ ਨੂੰ ਛੱਡ ਕੇ, ਆਪਣੇ ਉੱਚ ਅਹੁਦੇ ਨੂੰ ਛੱਡ ਕੇ, ਹੰਕਾਰ, ਮਾਣ, ਸ਼ਾਹੂਕਾਰੀ ਛੱਡ ਕੇ, ਦਾ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੈਨੂੰ ਸਾਰੇ ਪਦਾਰਥ ਮਿਲ ਜਾਣੇ ਨੇ। ਦੁਨੀਆ ਤੇ ਕੋਈ ਵੀ ਐਸਾ ਪਦਾਰਥ ਨਹੀਂ ਜਿਹੜਾ ਤੈਨੂੰ ਨਾ ਮਿਲੇ, ਕੋਈ ਐਸਾ ਸੁੱਖ ਨਹੀਂ ਜਿਹੜਾ ਤੈਨੂੰ ਨਾ ਮਿਲੇ। ਪਰ ਅਰਦਾਸ ਕਰਨ ਸਮੇਂ, ਆਪਣੇ ਮਾਲਕ ਦੇ ਚਰਨਾਂ ਵਿੱਚ ਜਾਣ ਸਮੇਂ ਤੇਰੇ ਵਿੱਚ ਹੰਕਾਰ ਨਹੀਂ ਹੋਣਾ ਚਾਹੀਦਾ। ਧਿਆਨ ਦੇਣਾ ਜੀ। ਆਂਚ ਨਾ ਲਾਗੈ ਅਗਨ ਸਾਗਰ ਤੇ, ਸਰਨ ਸੁਆਮੀ ਕੀ ਅਹੀਐ। ਕੋਟ ਅਪਰਾਧ ਮਹਾ ਅਕਿਰਤ ਘਣ। ਬੰਦੇ ਦੇ ਅੰਦਰ ਕਰੋੜਾਂ ਹੀ ਅਪਰਾਧ ਨੇ, ਮਨੁੱਖ ਦੇ ਅੰਦਰ ਕਰੋੜਾਂ ਹੀ ਅਪਰਾਧ ਨੇ, ਕਰੋੜਾਂ। ਇੱਕ ਥੋੜੀ ਹੈ, ਕਿੰਨੇ ਅਪਰਾਧ ਚੱਕੀ ਫਿਰਦਾ ਏ। ਤੇ ਨਾਲ ਦੀ ਨਾਲ ਪਾਤਸ਼ਾਹ ਕਹਿੰਦੇ ਅਕਿਰਤ ਘਣ ਵੀ ਹੈ। ਅਕਿਰਤ ਘਣ ਕੀ ਹੁੰਦਾ? ਕਿਸੇ ਦੇ ਕੀਤੇ ਨੂੰ ਨਾ ਜਾਣਨ ਵਾਲਾ, ਉਹਨੂੰ ਕਹਿੰਦੇ ਨੇ ਅਕਿਰਤ ਘਣ। ਤੇਰੇ ਨਾਲ ਗੁਣ ਕੀਤਾ ਸੀ ਪਰ ਤੂੰ ਜਾਣਿਆ ਨਹੀਂ, ਤੂੰ ਕਦਰ ਨਹੀਂ ਪਾਈ। ਕਹਿਣ ਦਾ ਭਾਵ ਤੇਰੇ ਨਾਲ ਗੁਣ ਕੀਤਾ ਸੀ। ਇੱਕ ਦੁਨਿਆਵੀ ਬੰਦਾ ਵੀ ਕਿਸੇ ਨਾਲ ਗੁਣ ਕਰ ਦੇਵੇ, ਕਿਸੇ ਦੇ ਔਖੇ ਸੌਖੇ ਵੇਲੇ ਕੰਮ ਆ ਜਾਵੇ, ਤੇ ਉਹ ਵੀ ਇੱਕ ਗੱਲ ਕਹਿੰਦਾ ਤੇਰੇ ਨਾਲ ਗੁਣ ਕੀਤਾ ਸੀ ਭਾਈ, ਪਰ ਤੂੰ ਕਦਰ ਨਹੀਂ ਪਾਈ, ਤੂੰ ਕਿਰਤ ਘਾਣਾ ਹੈ। ਤੇ ਧਿਆਨ ਦੇ ਕੇ ਸੋਚਿਓ, ਜੇ ਮਨ ਅੰਦਰ ਸੁਰਤ ਦੇ ਕੇ ਵੀ ਉਸ ਮਾਲਕ ਨੇ ਸਾਡੇ ਨਾਲ ਕਿੱਡਾ ਵੱਡਾ ਗੁਣ ਕੀਤਾ।
ਕਿਹੜਾ ਗੁਣ ਕੀਤਾ ਮਾਲਕ ਨੇ? ਸਭ ਤੋਂ ਵੱਡਾ ਗੁਣ ਤੇ ਇਹ ਹੈ ਕਿ ਉਸ ਮਾਲਕ ਨੇ ਸਾਨੂੰ ਸਰੀਰ ਦਿੱਤਾ ਹੈ, ਤਨ। ਫਿਰ ਇਕੱਲਾ ਤਨ ਹੀ ਨਹੀਂ ਦਿੱਤਾ, ਉਸ ਮਾਲਕ ਨੇ ਸਾਨੂੰ ਸੰਸਾਰ ਨੂੰ ਦੇਖਣ ਵਾਸਤੇ 2 ਅੱਖਾਂ ਵੀ ਦਿੱਤੀਆਂ ਨੇ। ਕਈ ਬੰਦੇ ਨਾ ਜਮਾਂਦਰੂ ਅੰਨੇ ਹੁੰਦੇ ਆ, ਜਮਾਂਦਰੂ ਹੀ ਜਨਮ ਸਮੇਂ ਹੀ ਦੇਖ ਨਹੀਂ ਪਾਉਂਦੇ ਸੰਸਾਰ ਨੂੰ, ਵੀ ਸੰਸਾਰ ਹੈ ਕਿਵੇਂ ਦਾ ਭਾਈ, ਨਹੀਂ ਦੇਖ ਪਾਉਂਦੇ। ਕਿਤੇ ਉਹਨਾਂ ਨੂੰ ਪੁੱਛ ਕੇ ਦੇਖੀਏ ਵੀ ਅੱਖਾਂ ਦੀ ਕੀਮਤ ਭਾਈ ਕੀ ਹੁੰਦੀ ਹੈ। ਕੁਝ ਬੰਦੇ ਜਿਹੜੇ ਹੁੰਦੇ ਨੇ ਤੁਰ ਨਹੀਂ ਪਾਉਂਦੇ, ਪਿੰਗਲੇ ਹੁੰਦੇ ਨੇ, ਸਾਰੀ ਜ਼ਿੰਦਗੀ ਨਹੀਂ ਤੁਰ ਪਾਉਂਦੇ। ਕਿਤੇ ਉਹਨਾਂ ਨੂੰ ਪੁੱਛ ਕੇ ਦੇਖ ਲਈਏ ਭਾਈ ਲੱਤਾਂ ਦੀ, ਪੈਰਾਂ ਦੀ ਕੀਮਤ ਕੀ ਹੈ। ਕਈਆਂ ਕੋਲੇ ਹੱਥ ਹੈ ਨਹੀਂ, ਕਈ ਬੋਲੇ ਨੇ, ਬਹਿਰੇ। ਕੰਨਾਂ ਦੀ ਕੀਮਤ ਕੀ ਹੈ? ਤੇ ਗੁਰਮੁਖ ਪਿਆਰਿਓ, ਸਾਨੂੰ ਤੇ ਮਾਲਕ ਨੇ ਅੱਖਾਂ ਵੀ ਦਿੱਤੀਆਂ ਨੇ, ਕੰਨ ਵੀ ਦਿੱਤੇ ਨੇ, ਚੱਲਣ ਵਾਸਤੇ ਲੱਤਾਂ ਪੈਰ ਵੀ ਨੇ, ਖਾਣ ਵਾਸਤੇ ਹੱਥ ਵੀ ਦੇ ਦਿੱਤੇ ਮਾਲਕ ਨੇ। ਪਰ ਜੇ ਅਜੇ ਵੀ ਉਸ ਮਾਲਕ ਦੀ, ਉਸ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਨਾ ਕੀਤਾ, ਉਸ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕੀਤਾ ਵੀ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ, ਮਾਲਕਾ ਤੇਰਾ ਸ਼ੁਕਰ ਹੈ, ਤੇ ਫਿਰ ਅਸੀਂ ਅਕਿਰਤ ਘਾਣਾ, ਸਾਡੇ ਤੋਂ ਵੱਡਾ ਅਕਿਰਤ ਘਣ ਕੋਈ ਹੋ ਹੀ ਨਹੀਂ ਸਕਦਾ। ਧਿਆਨ ਦੇਣਾ ਜੀ। ਇੱਕ ਹੋਰ ਗੱਲ ਹੈ, ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸ਼ਾਇਦ ਬੇਨਤੀ ਕੀਤੀ ਸੀ, ਉਹ ਮਾਲਕ ਸਾਨੂੰ ਸਾਹ ਦੇ ਰਿਹਾ ਹੈ ਔਰ ਇਹਦੇ ਬਦਲੇ ਵਿੱਚ ਕੁਝ ਨਹੀਂ ਮੰਗਦਾ ਸਾਡੇ ਕੋਲੋਂ। ਕਿਉਂਕਿ ਸਾਹ ਜਿਹੜੇ ਆ ਨਾ, ਜਿਹੜੇ ਆਪਾਂ ਸਾਹ ਲੈਂਦੇ ਆ ਜੀ, ਇਹ ਵੀ ਉਹਦੀ ਕਿਰਪਾ ਦੇ ਨਾਲ ਹੀ ਮਿਲਦੇ ਨੇ। ਸਤਿਗੁਰੂ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਕੱਲਾ ਕੱਲਾ ਜਿਹੜਾ ਸਾਹ ਤੋਂ ਲੈਣਾ ਹੈ ਨਾ, ਉਸ ਮਾਲਕ ਦੀ ਕਿਰਪਾ ਦੇ ਨਾਲ ਲੈ ਰਿਹਾ ਹੈ। ਜੇਕਰ ਉਹਦੀ ਕਿਰਪਾ ਨਾ ਹੋਵੇ ਤੂੰ ਸਾਹ ਨਹੀਂ ਲੈ ਸਕਦਾ। ਤੇ ਜੇ ਉਹਦੇ ਲੈ ਕੇ ਸਾਹ ਫਿਰ ਵੀ ਬੰਦਾ ਉਹਦੀ ਕਦਰ ਨਾ ਪਾਵੇ, ਉਹਦੇ ਗੁਣਾਂ ਨੂੰ ਨਾ ਗਾਵੇ, ਸਤ ਸੰਗਤ ਨਾ ਕਰੇ, ਗੁਰਬਾਣੀ ਨਾ ਪੜ੍ਹੇ, ਤਾਂ ਵੱਡਾ ਕਿਰਤ ਘਾਣੇ ਗੁਰਮੁਖ ਪਿਆਰਿਓ, ਇਹਦੇ ਤੋਂ ਵੱਡਾ ਕੋਈ ਕਿਰਤ ਘਣ ਦੁਨੀਆ ਤੇ ਹੈ ਹੀ ਨਹੀਂ। ਅਗਲੀਆਂ ਪੰਕਤੀਆਂ ਅੰਦਰ ਸੁਣਿਓ ਜੇ, ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹਿੰਦੇ ਕੋਟ ਅਪਰਾਧ ਕਰੋੜਾਂ ਅਪਰਾਧ ਨੇ। ਆਪਾਂ ਤੇ ਪੈਰ ਪੈਰ ਤੇ ਅਪਰਾਧ ਕਰਦੇ ਆਂ, ਇੱਕ ਇੱਕ ਕਦਮ ਤੇ ਅਪਰਾਧ ਕਰਦੇ ਆਂ। ਕੋਟ ਅਪਰਾਧ ਮਹਾ ਅਕਿਰਤ ਘਣ। ਇੱਕ ਹੁੰਦਾ ਆਮ ਜਿਹਾ ਕਿਰਤ ਘਣ, ਜਿਵੇਂ ਆਪਾਂ ਦੁਨਿਆਵੀ ਗੱਲ ਕੀਤੀ ਹੈ, ਪੈਸੇ ਲੈ ਕੇ ਮੁੱਕਰ ਜਾਣਾ, ਦੁਨੀਆ ਦੇ ਵਿੱਚ ਕੀਤੇ ਹੋਏ ਗੁਣਾਂ ਨੂੰ ਯਾਦ ਨਾ ਰੱਖਣਾ, ਕਹਿੰਦਾ ਤੂੰ ਕਿਰਤ ਘਣ ਹੈ। ਇੱਥੇ ਪਾਤਸ਼ਾਹ ਨੇ ਮਹਾ ਅਕਿਰਤ ਘਣ ਸ਼ਬਦ ਵਰਤਿਆ। ਤੂੰ ਛੋਟਾ ਜਿਹਾ ਕਿਰਤ ਘਣ ਨਹੀਂ ਹੈ। ਜੇ ਤੂੰ ਉਸ ਮਾਲਕ ਕੋਲੋਂ ਸਰੀਰ ਲੈ ਕੇ, ਤਨ ਲੈ ਕੇ, ਸਾਹ ਲੈ ਕੇ ਉਸ ਮਾਲਕ ਨੂੰ ਯਾਦ ਨਹੀਂ ਨਾ ਕਰਦਾ, ਉਹਦਾ ਸ਼ੁਕਰ ਨਹੀਂ ਕਰਦਾ, ਸਮਾਂ ਨਹੀਂ ਕੱਢਦਾ, ਸਤ ਸੰਗਤ ਨਹੀਂ ਕਰਦਾ, ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਤੂੰ ਆਮ ਜਿਹਾ ਕਿਰਤ ਘਣ ਨਹੀਂ ਹੈ, ਮਹਾ ਅਕਿਰਤ ਘਣ ਹੈ। ਮਹਾ ਅਕਿਰਤ ਘਣ। ਬੜੇ ਪਿਆਰੇ ਸ਼ਬਦਾਂ ਵਿੱਚ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿਹਨੂੰ? ਸਾਨੂੰ। ਕੋਟ ਅਪਰਾਧ ਮਹਾ ਅਕਿਰਤ ਘਣ, ਬੌੜ ਬੌੜ ਪ੍ਰਭ ਸਹੀਐ। ਫਿਰ ਵੀ ਉਹ ਮਾਲਕ ਜਿਹੜਾ ਹੈ, ਪਰਮੇਸ਼ਰ ਜਿਹੜਾ ਹੈ, ਤੈਨੂੰ ਬਖਸ਼ ਦਿੰਦਾ ਹੈ, ਤੇਰੇ ਕਰੋੜਾਂ ਅਪਰਾਧ ਖਤਮ ਕਰ ਦਿੰਦਾ ਹੈ।
ਕਰੋੜਾਂ ਹੀ ਅਪਰਾਧ ਖਤਮ ਕਰ ਦਿੰਦਾ। ਕਰਨਾ ਮੈਂ ਪੂਰਨ ਪਰਮੇਸ਼ਰ, ਨਾਨਕ ਤਿਸ ਸਰਨਈਐ। ਉਹ ਜਿਹੜਾ ਪਰਮੇਸ਼ਰ ਹੈ, ਉਹ ਜਿਹੜਾ ਮਾਲਕ ਹੈ, ਜਦੋਂ ਤੂੰ ਉਹਦੀ ਗੋਦ ਵਿੱਚ ਆ ਜਾਵੇਂਗਾ ਤਾਂ ਸੱਚੇ ਪਾਤਸ਼ਾਹ ਜੀ ਫਰਮਾਨ ਕਰਕੇ ਸਾਨੂੰ ਸਮਝਾਉਣਾ ਕਰਦੇ ਨੇ, ਪਰਮਾਤਮਾ ਪੂਰਨ ਤੌਰ 'ਤੇ ਤਰਸ ਸਰੂਪ ਹੈ, ਉਹ ਤੇਰੇ 'ਤੇ ਤਰਸ ਕਰ ਲਵੇਗਾ। ਪਰ ਉਹਦੇ ਚਰਨਾਂ ਵਿੱਚ ਆਣ ਕੇ ਅਰਦਾਸ ਬੇਨਤੀ ਕਰ, ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰਦੇ, ਮੈਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ ਦੇ। ਮਨੁੱਖ ਇੱਕ ਚੀਜ਼ ਮਾਲਕ ਦੇ ਚਰਨਾਂ ਵਿੱਚ ਆਣ ਕੇ ਮੰਗ ਲਵੇ, ਤਕਰੀਬਨ ਉਹਨੂੰ ਸਾਰੀਆਂ ਹੀ ਵਸਤੂਆਂ ਦੁਨੀਆ ਦੀਆਂ ਪ੍ਰਾਪਤ ਹੋ ਜਾਂਦੀਆਂ ਨੇ। ਉਹ ਕੀ ਹੈ? ਜੇ ਕਿਤੇ ਆਪਣਾ ਸਮਾਂ ਬਣੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨ ਦਾ, ਤੇ ਨਿਮਾਣੇ ਜੇ ਹੋ ਕੇ, ਨਿਮਾਣੇ ਅੰਦਰੋਂ ਨਿਮਾਣੇ ਹੋ ਕੇ, ਕਈ ਵਾਰੀ ਬੰਦਾ ਬਾਹਰੋਂ ਜਿਹਾ ਲੱਗਦਾ ਵੀ ਬੜਾ ਨਿਮਾਣਾ ਹੈ, ਵੀ ਬੜਾ ਭੋਲਾ ਭਾਲਾ ਹੈ, ਪਰ ਅੰਦਰ ਹੰਕਾਰ ਚੱਕੀ ਫਿਰਦਾ ਹੁੰਦਾ ਹੈ, ਅੰਦਰ ਮਾਣ ਚੱਕੀ ਫਿਰਦਾ ਹੈ। ਨਿਮਾਣਾ ਹੋ ਕੇ ਜ਼ੀਰੋ ਬੈਲੈਂਸ ਤੇ ਆਣ ਕੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰ, ਤੇ ਇੱਕ ਚੀਜ਼ ਮੰਗ ਲਾ, ਕਿਹੜੀ? ਨਾਮ ਦਾਨ ਮੰਗ। ਇਹ ਤੋਂ ਵੱਡਾ ਕੋਈ ਦੁਨੀਆ ਤੇ ਹੈ ਨਹੀਂ। ਜਿੱਦਣ ਤੇਰੇ ਕੋਲ ਨਾਮ ਆ ਗਿਆ ਪਰਮੇਸ਼ਰ ਦਾ, ਭਜਨ ਬੰਦਗੀ ਸਿਮਰਨ ਸਤ ਸੰਗਤ, ਉਦੋਂ ਤੇਰੇ ਕੋਲ ਸਾਰੀਆਂ ਦਾਤਾਂ ਆ ਜਾਣੀਆਂ ਨੇ। ਕੋਈ ਦੁਨੀਆ ਦੀ ਐਸੀ ਦਾਤ ਨਹੀਂ, ਐਸੀ ਖੁਸ਼ੀ ਨਹੀਂ ਜਿਹੜੀ ਤੇਰੇ ਕੋਲੋਂ ਛੁਪ ਜਾਵੇ। ਪਰ ਮਾਲਕ ਦੇ ਚਰਨਾਂ ਵਿੱਚ ਆਣ ਕੇ ਇੱਕ ਚੀਜ਼ ਜ਼ਰੂਰ ਮੰਗ, ਉਹ ਪਰਮੇਸ਼ਰ ਦਾ ਨਾਮ ਹੈ, ਉਹ ਸਤ ਸੰਗਤ ਦੀ ਘੜੀ ਹੈ। ਜਦੋਂ ਵੀ ਮਾਲਕ ਦੇ ਚਰਨਾਂ ਵਿੱਚ ਆਉਣਾ ਹੈ ਤੇ ਗੁਰਮੁਖ ਪਿਆਰਿਆ ਨਾਮ ਦੀ ਦਾਤ ਮਾਲਕ ਦੇ ਚਰਨਾਂ ਵਿੱਚ ਆਣ ਕੇ ਜ਼ਰੂਰ ਮੰਗਣਾ ਕਰ, ਕਿਉਂਕਿ ਅਸੀਂ ਇਸ ਸੰਸਾਰ ਸਮੁੰਦਰ ਦੇ ਵਿੱਚ ਰਹਿ ਰਹੇ ਹਾਂ। ਭਗਤ ਕਬੀਰ ਜੀ ਬੜਾ ਪਿਆਰਾ ਸ਼ਬਦ ਵਰਤਣਾ ਕਰਦੇ ਨੇ, ਕਹਿੰਦੇ ਕਬੀਰ ਜਗ ਕਾਜਲ ਕੀ ਕੋਠੜੀ, ਅੰਧ ਪਰੇ ਤਿਸ ਮਾਹੈ। ਕਹਿੰਦੇ ਹਨੇਰਾ ਹੋਵੇ, ਹਨੇਰਾ, ਤੇ ਇਸ ਮਨੁੱਖ ਨੂੰ ਇੱਕ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਜਾਵੇ, ਔਰ ਉਹ ਜਿਹੜੀ ਕੋਠੜੀ ਹੈ ਉਹ ਕਾਲਖ ਦੇ ਨਾਲ ਭਰੀ ਹੋਈ ਹੈ। ਧਿਆਨ ਦੇਣਾ ਜੇ, ਭਗਤ ਕਬੀਰ ਜੀ ਦਾ ਸ਼ਬਦ ਹੈ, ਕਹਿੰਦੇ ਹਨੇਰਾ ਹੈ, ਘੁੱਪ ਹਨੇਰਾ, ਤੇ ਇਸ ਬੰਦੇ ਨੂੰ ਇੱਕ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ, ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ, ਔਰ ਉਹ ਜਿਹੜਾ ਕਮਰਾ ਹੈ ਉਹ ਕਾਲਖ ਦੇ ਨਾਲ ਭਰਿਆ ਹੋਇਆ ਹੈ। ਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ, ਗੈਸ ਲਾ ਸਕਦੇ ਹਾਂ, ਤਜਰਬਾ ਲਾ ਸਕਦੇ ਹਾਂ ਕਿ ਇਹ ਬੰਦਾ ਬਿਨਾਂ ਦਾਗ ਤੋਂ ਕਿਵੇਂ ਬਾਹਰ ਆ ਸਕਦਾ ਹੈ, ਕਿਉਂਕਿ ਹੈ ਵੀ ਹਨੇਰਾ, ਕਾਲਖ ਦੇ ਨਾਲ ਕੋਠੜੀ ਭਰੀ ਹੋਈ ਹੈ, ਔਰ ਇਹ ਬੰਦੇ ਨੂੰ ਅੰਦਰ ਤਾੜ ਦਿੱਤਾ ਗਿਆ, ਅੰਦਰ ਬੰਦ ਕਰ ਦਿੱਤਾ ਗਿਆ। ਤੇ ਭਗਤ ਕਬੀਰ ਜੀ ਕਹਿੰਦੇ ਬਿਨਾਂ ਦਾਗ ਤੋਂ ਬੰਦਾ ਬਾਹਰ ਕਿਵੇਂ ਆ ਸਕਦਾ ਹੈ? ਤੇ ਪਾਤਸ਼ਾਹ ਜੀ ਨੇ ਬੜਾ ਪਿਆਰਾ ਸ਼ਬਦ ਵਰਤਣਾ ਕੀਤਾ, ਕਬੀਰ ਜਗ ਕਾਜਲ ਕੀ ਕੋਠੜੀ, ਅੰਧ ਪਰੇ ਤਿਸ ਮਾਹੈ, ਹਉ ਬਲਹਾਰੀ ਤਿਨ ਕੋ, ਪੈਸ ਜੋ ਨੀਕਸ ਜਾਹੈ। ਕਹਿੰਦੇ ਮੈਂ ਉਹਨਾਂ ਤੋਂ ਬਲਹਾਰੇ ਜਾਂਦਾ ਹਾਂ ਜਿਹੜੇ ਇਸ ਕੋਠੜੀ ਦੇ ਵਿੱਚੋਂ ਬਚ ਕੇ ਬਾਹਰ ਆ ਜਾਂਦੇ ਨੇ। ਤੇ ਗੁਰਮੁਖ ਪਿਆਰਿਓ, ਬਚਿਆ ਤਾਂ ਜਾ ਸਕਦਾ ਏ ਜੇ ਹੱਥ ਵਿੱਚ ਗਿਆਨ ਦਾ ਦੀਵਾ ਫੜ ਲਿਆ, ਤਾਂ ਬਚਿਆ ਤਾਂ ਜਾ ਸਕਦਾ ਹੈ ਜੇ ਹੱਥ ਵਿੱਚ ਗਿਆਨ ਦਾ ਦੀਵਾ ਫੜ ਲਿਆ। ਉਹ ਗਿਆਨ ਦਾ ਦੀਵਾ ਕਿੱਥੇ? ਗੁਰਬਾਣੀ ਇਸ ਜੱਗ ਮੈਂ ਚਾਨਣ ਹੋਏ। ਗੁਰਬਾਣੀ ਤੇ ਦੁਨੀਆ ਦੇ ਵਿੱਚ ਚਾਨਣ ਕਰਦੀ ਹੈ। ਜੇ ਗੁਰੂ ਦੇ ਸ਼ਬਦ ਨੂੰ ਆਪਾਂ ਵੀ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਈਏ, ਫਿਰ ਆਪਾਂ ਇਹਨਾਂ ਦੁਨਿਆਵੀ ਜਿਹੜੇ ਕਰਮ ਨੇ, ਆਪਾਂ ਕਹਿ ਸਕਦੇ ਹਾਂ ਜਿਹੜੇ ਹਨੇਰਾ ਘੁੱਪ, ਇਹਦੇ ਤੋਂ ਆਪਾਂ ਬਚ ਸਕਦੇ ਹਾਂ, ਕਾਲਖ ਤੋਂ ਬਚ ਸਕਦੇ ਹਾਂ। ਕਹਿਣ ਦਾ ਭਾਵ ਅਰਥ ਹੈ ਤਾਂ ਬਚਿਆ ਜਾ ਸਕਦਾ ਹੈ ਜੇ ਸਤਿਗੁਰਾਂ ਦੀ ਬਾਣੀ ਦੇ ਨਾਲ, ਗੁਰੂ ਦੇ ਸ਼ਬਦ ਨਾਲ ਆਪਣੀ ਪ੍ਰੀਤ ਪੈ ਜਾਵੇ, ਆਪਣੀ ਸਾਂਝ ਪੈ ਜਾਵੇ। ਆਓ
ਸਾਰੇ ਜਣੇ ਨਾਲ ਮਿਲ ਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ ਜੀ। ਆਪਾਂ ਇੱਕ ਸ਼ਬਦ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਰਲ ਮਿਲ ਕੇ ਸਾਂਝ ਪਾਈਏ ਸ਼ਬਦ ਨਾਲ। ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ। ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ। ਕੋਟ ਜਨਮ ਕੇ ਦੁਖ ਗਵਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ। ਕਰ ਕਿਰਪਾ ਹਰ ਨਾਮ ਦਿਵਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ। ਸੰਤ ਜਨਾ ਮਿਲ ਹਰ ਜਸ ਗਾਇਓ, ਸੰਤ ਜਨਾ ਮਿਲ ਹਰ ਜਸ ਗਾਇਓ। ਹਰ ਜਸ ਗਾਇਓ। ਧੰਨਵਾਦ ਸੰਗਤਾਂ ਦਾ। ਪਾਤਸ਼ਾਹ ਦੇ ਪਾਵਨ ਚਰਨ ਕਮਲਾਂ ਦੀ ਆਪ ਜੀਓ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਕਿਰਪਾ ਕਰਨ, ਹਰ ਮੈਦਾਨੇ ਫਤਿਹ ਬਖਸ਼ਿਸ਼ ਕਰਨ। ਆਪਾਂ ਪਹਿਲਾਂ ਵੀ ਬੇਨਤੀ ਕੀਤੀ ਹੈ, ਗੁਰਦੁਆਰਾ ਸਾਹਿਬ ਦੀ ਉਸਾਰੀ ਹੋਣੀ ਹੈ, ਕੰਮ ਹੋਣਾ ਹੈ। ਸੋ ਇਸ ਕਰਕੇ ਆਪਾਂ ਜਿਹੜਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਇੱਧਰਲੇ ਪਾਸੇ ਕੀਤੇ ਨੇ। ਕੋਈ ਲੰਮਾ ਸਮਾਂ ਪ੍ਰਕਾਸ਼ ਇੱਥੇ ਰਹਿਣੇ ਨੇ ਭਾਈ। ਸੋ ਜਦੋਂ ਹੀ ਆਪਾਂ ਹੁਣ ਸਮਾਪਤੀ ਕਰਨੀ ਹੈ, ਨਾਲ ਹੀ ਸਤਿਗੁਰਾਂ ਦੇ ਸੁਖਾਸਨ ਕਰ ਲੈਣੇ ਨੇ। ਔਰ ਪਿਛਲੇ ਪਾਸੇ ਇੱਕ ਕਮਰਾ ਹੈ, ਉਸ ਦੇ ਵਿੱਚ ਗੁਰੂ ਸਾਹਿਬ ਜੀ ਸੁਖਾਸਨ ਰਹਿਣਗੇ, ਆਪਣੇ ਆਸਨਾਂ 'ਤੇ ਬਿਰਾਜਮਾਨ। ਔਰ ਸੰਗਤਾਂ ਆ ਸਕਦੀਆਂ ਨੇ, ਮੱਥਾ ਟੇਕ ਕੇ ਜਾ ਸਕਦੀਆਂ ਨੇ। ਪਰ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਗੁਰੂ ਸਾਹਿਬ ਜੀ ਪ੍ਰਕਾਸ਼ ਹੋਣ, ਜਦੋਂ ਉਪਦੇਸ਼ ਦਿੰਦੇ ਹੋਣ, ਕਹਿਣ ਦਾ ਭਾਵ ਹੁਣ ਸਤਿਗੁਰੂ ਜੀ ਪ੍ਰਕਾਸ਼ ਨੇ, ਉਪਦੇਸ਼ ਦੇ ਰਹੇ ਨੇ, ਉਦੋਂ ਆਪਾਂ ਗੁਰੂ ਦੀ ਗੋਦ ਵਿੱਚ ਆਣ ਕੇ ਬੈਠ ਕੇ ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ, ਸਤਿਗੁਰਾਂ ਦਾ ਜਿਹੜਾ ਹੁਕਮ ਹੈ, ਉਹਨੂੰ ਸੁਣ ਕੇ ਸਮਝ ਕੇ ਆਪਣਾ ਜੀਵਨ ਜਿਹੜਾ ਹੈ ਸਫਲਾ ਬਣਾਈਏ। ਕਿਉਂਕਿ ਧਰਮਸਾਲ ਚਟਸਾਲ ਹੈ, ਜਿਹੜੇ ਧਾਰਮਿਕ ਸਥਾਨ ਹੁੰਦੇ ਨੇ, ਸਤਿਗੁਰੂ ਜੀ ਕਹਿੰਦੇ ਸਕੂਲ ਨੇ। ਇੱਕ ਪੂਜਾ ਦਾ ਕੇਂਦਰ ਹੀ ਨਹੀਂ ਹੁੰਦਾ, ਇਹ ਸਕੂਲ ਨੇ। ਤੇ ਸਕੂਲ ਵਿੱਚ ਬੱਚਾ ਜਾਂਦਾ ਹੈ ਸਿਰਫ ਸਿੱਖਿਆ ਲੈਣ ਵਾਸਤੇ, ਨਾ ਕਿ ਸਕੂਲ ਨੂੰ ਮੱਥਾ ਟੇਕ ਕੇ ਵਾਪਸ ਆ ਜਾਂਦਾ ਹੈ। ਕਿਉਂਕਿ ਪਾਤਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ, ਸਤਿਗੁਰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨ ਹੋਵਈ, ਜਿਚਰ ਸ਼ਬਦ ਨਾ ਕਰੀ,
ਵਿਚਾਰ ਕਿ ਵੇਖਣ ਨਾਲ ਮੁਕਤੀ ਨਹੀਂ ਮਿਲਣੀ, ਡਿੱਠੇ ਮੁਕਤ ਨਾ ਹੋਵੇ। ਸਿੱਧੇ ਤੇ ਸਪਸ਼ਟ ਅੱਖਰਾਂ ਵਿੱਚ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ ਵੀ ਕੱਲਾ ਵੇਖਣ ਨਾਲ ਮੁਕਤੀ ਨਹੀਂ ਮਿਲਣੀ, ਵੀ ਤੂੰ ਆਵੇਂ ਤੇ ਵੇਖ ਕੇ ਚਲਿਆ ਜਾਵੇਂ ਵੀ ਰਮਾਲਾ ਕਿਵੇਂ ਦਾ ਲਾਇਆ ਭਾਈ, ਇਮਾਰਤ ਕਿਵੇਂ ਦੀ ਹੈ, ਕਿਵੇਂ ਦੇ ਫੁੱਲ ਪਏ ਨੇ, ਇਦਾਂ ਕੁਝ ਵੇਖ ਕੇ ਚਲਿਆ ਜਾਵੇਂ। ਤੇ ਪਾਤਸ਼ਾਹ ਕਹਿੰਦੇ ਵੇਖਣ ਨਾਲ ਤੈਨੂੰ ਮੁਕਤੀ ਨਹੀਂ ਮਿਲਣੀ, ਡਿੱਠੇ ਮੁਕਤ ਨਾ ਹੋਵੇ ਜਿੰਨਾ ਚਿਰ ਤੱਕ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਸਮਝਦਾ ਤੂੰ। ਜਿਸ ਚਿਰ ਸ਼ਬਦ ਨਾ ਕਰੀ ਵਿਚਾਰ, ਤੇ ਕੱਲਾ ਵੇਖ ਕੇ ਚਲਿਆ ਜਾਵੇਂ ਤੇ ਕੁਝ ਨਹੀਂ ਮਿਲਣਾ। ਇਸ ਕਰਕੇ ਸਮਾਂ ਕੱਢਿਆ ਕਰੀਏ ਭਾਈ। ਜਦੋਂ ਪੀਰੀਅਡ ਲੱਗਦਾ ਹੈ, ਕਹਿਣ ਦਾ ਭਾਵ ਜਦੋਂ ਕਲਾਸ ਲੱਗਦੀ ਹੈ, ਆਪਾਂ ਉਦੋਂ ਗੁਰੂ ਦੀ ਗੋਦ ਵਿੱਚ ਆਣ ਕੇ ਬੈਠ ਕੇ ਸਤਿਗੁਰਾਂ ਦੀ ਬਾਣੀ ਨਾਲ ਸਾਂਝ ਪਾਇਆ ਕਰੀਏ। ਇਧਰਲੇ ਪਾਸੇ ਅੱਜ ਪਹਿਲਾ ਦਿਨ ਸੀ, 10 ਕੁ ਮਿੰਟ ਮੈਂ ਵੀ ਲੇਟ ਹੋ ਗਿਆ। ਸੋ ਕੱਲ੍ਹ ਤੋਂ ਕੋਸ਼ਿਸ਼ ਪੂਰੇ 5 ਵਜੇ ਆਪਾਂ ਜਿਹੜੀ ਕਲਾਸ ਕਥਾ ਵਿਚਾਰ ਜਿਹੜੀ ਉਹ ਪਹਿਲਾਂ ਦੀ ਤਰ੍ਹਾਂ ਆਰੰਭ ਹੋਵੇਗੀ ਤੇ 6 ਵਜੇ ਤੱਕ ਸਾਰੀ ਸਮਾਪਤੀ ਹੋ ਜਾਂਦੀ ਹੈ ਪ੍ਰਸ਼ਾਦ ਵਰਤ ਕੇ। ਸੋ ਸੰਗਤਾਂ ਨੂੰ ਬੇਨਤੀ ਹੈ, ਜਿੱਥੋਂ ਤੱਕ ਵੀ ਆਵਾਜ਼ ਪਾਈ ਜਾ ਰਹੀ ਹੈ, ਜ਼ਰੂਰ ਸਮਾਂ ਕੱਢਿਆ ਕਰੋ। 5 ਵਜੇ ਪਹੁੰਚ ਕਰਕੇ 1 ਘੰਟੇ ਦਾ ਜਿਹੜਾ ਪੀਰੀਅਡ ਹੈ, ਸਾਰਾ ਕੁਝ ਹੀ ਅਰਦਾਸ ਬੇਨਤੀ ਹੁਕਮਨਾਮਾ ਔਰ ਕੜਾਹ ਪ੍ਰਸ਼ਾਦ ਦੀ ਦੇਗ ਤੱਕ 1 ਘੰਟਾ ਸਮਾਂ ਲੱਗਦਾ ਹੈ। ਸੋ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਕਰੀਏ। ਆਈਆਂ ਸੰਗਤਾਂ ਦਾ ਧੰਨਵਾਦ, ਹੋਈਆਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।